ਪਿੱਛੇ ਕੰਮ ਹੋਏ ਉਹ ਛੱਡਦੇ ਹੋਏ ਰਾਜੇ ਮਹਾਰਾਜਾ ਦਾ ਦੌਰ ਖਤਮ ਹੋ ਗਿਆ। ਚਰਨਜੀਤ ਚੰਨੀ ਦੀ ਇੱਕ ਗਰੀਬਾਂ ਦੀ ਸਰਕਾਰ ਲੈ ਕੇ ਆਏ ਆ। ਸਿਰਫ ਇੱਕ ਕਾਂਗਰਸ ਸਰਕਾਰ ਦੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਸਹੂਲਤਾਂ ਦਿੱਤੀਆਂ। ਤੇ ਅਸੀਂ ਚਾਹੁੰਦੇ ਕਿ ਦੁਆਰਕੀ ਲੋਕੀ ਮੌਕਾ ਦੇਣ ਤੇ ਮਨੋਰੰਜਨ ਕਾਲੀਆ ਜੀ ਵਾਪਸ ਆਉਣ। ਸਾਡੇ ਡਬਲ ਇੰਜਨ ਸਰਕਾਰ ਆਊਗੀ, ਜਿਹੜੀ ਸੈਂਟਰ ਦੇ ਵਿੱਚ ਵੀ ਹੋਊਗੀ ਤੇ ਪੰਜਾਬ ਵਿੱਚ ਵੀ ਹੋਊਗੀ। ਅਸੀਂ ਸਾਰੇ ਚੰਦਨ ਗਰੇਵਾਲ ਦੇ ਨਾਲ ਆ। ਕਾਂਗਰਸ ਦੇ ਟਾਈਮ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਅਕਾਲੀ ਦਲ ਦਾ ਡਰੱਗ ਮਾਫੀਆ ਦੇ ਵਿੱਚ ਦੇਖੋ, ਜੇ ਇਹਨਾਂ ਦੀ ਸਰਕਾਰ ਹੋਊਗੀ ਤਾਂ ਡਰੱਗ ਮਾਫੀਆ ਫੈਲੂਗਾ। ਸੀਵਰੇਜ, ਵਾਟਰ ਸਪਲਾਈ, ਸੜਕਾਂ, ਲਾਈਟਾਂ ਇੱਥੇ ਤੱਕ ਹੀ ਸੀਮਤ ਰਹਿ ਗਏ ਆ। ਕਦੀ ਕਿਸੇ ਨੇ ਇਹ ਦੇਖਿਆ ਕਿ ਹਸਪੀਟਲ 'ਚ ਕਿੰਨੇ ਮਿੰਟਾਂ 'ਚ ਤੁਹਾਨੂੰ ਪੇਸ਼ੈਂਟ ਨੂੰ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ। ਕਿਸੇ ਨੇ ਨਵੀਂ ਇੱਟ ਹੀ ਨਹੀਂ ਲਾਈ। ਅੱਜ 4.5 ਸਾਲਾਂ ਬਾਅਦ ਉੱਠ ਕੇ ਆ ਗਏ ਆ, ਮਹੱਲਿਆਂ 'ਚ ਤੁਰੇ ਫਿਰਦੇ ਆ। ਇਹ ਉਦੋਂ ਬਾਹਰ ਆਉਂਦੇ ਆ ਜਦੋਂ ਇਲੈਕਸ਼ਨਾਂ ਦੇ ਟਾਈਮ ਹੁੰਦੇ ਆ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ। ਪੰਜਾਬ ਦੇ ਵਿੱਚ ਸਿਆਸੀ ਹਵਾ ਦਾ ਅੰਦਾਜ਼ਾ ਲਗਾਉਣਾ ਔਖਾ ਹੁੰਦਾ ਜਾ ਰਿਹਾ ਹੈ। ਜਲੰਧਰ ਸੈਂਟਰਲ ਤੋਂ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਬਾਰੇ ਵੀ ਜਾਣਨਾ ਚਾਹਾਂਗੇ। ਇਲਾਕੇ ਦੇ ਵਿੱਚ ਕੀ ਵਿਕਾਸ ਹੋਇਆ ਜਾਂ ਫਿਰ ਇਲਾਕਾ ਨਿਵਾਸੀਆਂ ਦਾ ਕੀ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿਸ ਦੀ ਸਿਆਸੀ ਹਵਾ ਹੈ। ਤਾਂ ਫਿਰ ਆਓ ਚਲੋ ਉਹਨਾਂ ਦਾ ਰੁਖ ਕਰਦੇ ਹਾਂ ਔਰ ਉਹਨਾਂ ਦੇ ਰੂਬਰੂ ਹੁੰਦੇ ਔਰ ਉਹਨਾਂ ਦੇ ਜਾਣਦੇ ਹਾਂ ਕਿ ਉਹਨਾਂ ਦੀ ਹਲਕੇ ਦੀ ਸਿਆਸੀ ਹਵਾ ਕਿੱਧਰ ਦਾ ਰੁਖ ਕਰ ਰਹੀ ਹੈ। ਅੱਛਾ, ਤੇ ਤੁਹਾਡੇ ਸਿਆਸੀ ਹਲਕੇ ਦੀ ਗੱਲ ਕਰੀਏ, ਜਲੰਧਰ ਸੈਂਟਰਲ ਦੀ ਗੱਲ ਕਰੀਏ ਤਾਂ ਕੀ ਸਿਆਸੀ ਹਵਾ ਤੁਸੀਂ ਦੇਖਦੇ ਹੋ ਕਿ ਪਹਿਲੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਕੀ ਕੋਈ ਕੰਮ ਤੁਹਾਡੇ ਵਿਕਾਸ ਦੇ ਲਈ ਕੀਤਾ? ਕੀ ਕਹਿਣਾ? ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਸਾਡੇ ਮੁੱਖ ਮੰਤਰੀ ਮਾਣਯੋਗ ਸ਼੍ਰੀ ਚਰਨਜੀਤ ਸਿੰਘ ਚੰਨੀ ਸਾਹਿਬ ਜੋ ਗਰੀਬਾਂ ਦੀ ਸਰਕਾਰ ਮੇਰੇ ਖਿਆਲ ਨਾਲ ਬਣੀ ਆ, ਕਿਉਂਕਿ ਜੋ ਪਿੱਛੇ ਕੰਮ ਹੋਏ ਉਹ ਛੱਡਦੇ ਹੋਏ ਰਾਜੇ ਮਹਾਰਾਜਾ ਦਾ ਦੌਰ ਖਤਮ ਹੋ ਗਿਆ। ਚਰਨਜੀਤ ਚੰਨੀ ਦੀ ਇੱਕ ਗਰੀਬਾਂ ਦੀ ਸਰਕਾਰ ਲੈ ਕੇ ਆਏ ਆ। ਇੱਕ ਲੋਕਲ ਲੈਵਲ ਤੇ ਕੰਮ ਕਰਦੇ ਨੇ, ਹਰ ਬੰਦੇ ਦੀ ਗੱਲ ਸੁਣਦੇ ਨੇ, ਹਰ ਫੀਲਡ ਵਿੱਚ ਉਹਨਾਂ ਨੇ ਕੰਮ ਕੀਤਾ। 111 ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ 111 ਕੰਮ ਬਹੁਤ ਵਧੀਆ ਕੀਤੇ ਨੇ। ਚਾਹੇ ਉਹ ਪੈਨਸ਼ਨਾਂ ਦਾ ਕੰਮ ਸੀ, ਚਾਹੇ ਉਹ ਸ਼ਗਨ ਸਕੀਮ ਦਾ ਕੰਮ ਸੀ, ਚਾਹੇ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਸੀ, ਚਾਹੇ ਉਹ ਸਾਡੀਆਂ ਬੀਬੀਆਂ ਜਿਹੜੇ ਆਯੁਸ਼ਮਾਨ ਯੋਜਨਾ ਕਾਰਡ ਬਣੇ ਆ, ਚਾਹੇ ਆਪਾਂ ਆਪਣੇ ਵਿਕਾਸ ਦੀ ਗੱਲ ਕਰ ਲਈ। ਸਾਡੇ ਹਲਕਾ ਵਿਧਾਇਕ ਰਜਿੰਦਰ ਬੇਰੀ ਜੀ ਨੇ ਬਹੁਤ ਕਾਬਲ ਬੰਦੇ ਨੇ। ਮੇਰੇ ਖਿਆਲ ਨਾਲ ਜਦੋਂ ਦੇ ਵਿਧਾਇਕ ਬਣੇ ਨੇ ਇੱਕ VIP ਜਿਹੜਾ ਕਲਚਰ ਸੀ ਉਹਨਾਂ ਨੇ ਖਤਮ ਕਰ ਦਿੱਤਾ। ਹਰ ਇੱਕ ਬੰਦੇ ਦੀ ਮੇਰੇ ਖਿਆਲ ਨਾਲ ਜਿੰਨੇ ਇੱਥੇ ਸਾਡੇ ਭੈਣ ਭਰਾ ਖੜੇ ਨੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ, ਉਹਨਾਂ ਦਾ ਸਿੱਧਾ ਰਾਬਤਾ ਬੇਰੀ ਜੀ ਨਾਲ ਆ। ਇਹ ਕਾਲ ਕਰਨਗੇ 1 ਮਿੰਟ 'ਚ ਕਾਲ ਚੱਕਣਗੇ। ਪਹਿਲਾਂ ਨਹੀਂ ਤਾਂ ਜਿਹੜੇ MLA ਕਲਚਰ ਸੀਗਾ ਉਹ ਕੁਝ ਲੋਕਾਂ ਤੱਕ ਸੀਮਤ ਸੀ ਮੈਡਮ। ਅੱਛਾ, ਤੇ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਇਲਾਕੇ ਦੀ ਜਿਹੜੀ ਸਿਆਸੀ ਹਵਾ ਹੈ ਉਹ ਕਾਂਗਰਸ ਵੱਲ ਦੀ ਹੈ। ਮੈਡਮ ਕਾਂਗਰਸ ਵੱਲ ਦੀ ਠੀਕ ਹੈ, ਕਾਂਗਰਸ ਵੱਲ ਦੀ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ। ਉਹਦੇ ਵਿੱਚ ਕਾਰਨ ਇਹ ਹੈ ਕਿ ਇੱਕ ਹਲਕਾ ਵਿਧਾਇਕ ਸਾਡੇ ਰਜਿੰਦਰ ਬੇਰੀ ਜੀ ਜੋ ਹਮੇਸ਼ਾ ਲੋਕਾਂ ਨਾਲ ਜੁੜੇ ਹੋਏ, ਹਰ ਟਾਈਮ ਲੋਕਾਂ ਦੇ ਵਿੱਚ ਰਾਬਤਾ ਰੱਖਦੇ ਨੇ, ਲੋਕਾਂ ਨਾਲ ਲਿੰਕ ਰੱਖਦੇ ਨੇ, ਹਰ ਇੱਕ ਬੰਦੇ ਦੇ ਦੁੱਖ ਸੁੱਖ ਵਿੱਚ ਜਾਂਦੇ ਨੇ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਹੱਲ ਕਰਦੇ ਨੇ ਔਰ ਡੇਲੀ ਆਫਿਸ ਬੈਠਦੇ ਨੇ। ਸਾਨੂੰ ਇਸ ਗੱਲ ਦੀ ਮਾਣ ਹੈ ਕਿ ਸਾਨੂੰ ਇਦਾਂ ਦੇ ਵਿਧਾਇਕ ਮਿਲੇ ਨੇ ਜਿਹੜੇ ਹਮੇਸ਼ਾ ਲੋਕਾਂ 'ਚ ਰਹਿੰਦੇ ਨੇ। ਤੇ ਬਾਕੀ ਉਮੀਦਵਾਰ ਜਿਹੜੇ ਖੜੇ ਨੇ ਉਹਨਾਂ ਬਾਰੇ ਤੁਹਾਡਾ? ਮੈਡਮ ਤੁਸੀਂ ਦੂਜੀਆਂ ਪਾਰਟੀਆਂ ਦੀ ਗੱਲ ਕਰਦੇ ਹੋ, ਮੇਰੇ ਖਿਆਲ ਦੇ ਨਾਲ ਜੇ ਆਪਾਂ ਅਕਾਲੀਆਂ ਦੀ ਗੱਲ ਕਰ ਲਈਏ, BJP ਦੀ ਗੱਲ ਕਰ ਲਈਏ, ਇਹ ਉਹੀ ਦੋਨੋਂ ਪਾਰਟੀਆਂ ਨੇ ਜਿਨ੍ਹਾਂ ਨੇ ਦੇਖੋ ਸਾਡੇ ਗੁਰੂ ਰਵਿਦਾਸ ਮਹਾਰਾਜ ਮੰਦਿਰ, ਕਿਉਂਕਿ ਸਭ ਤੋਂ ਵੱਡਾ ਅਗਰ ਤਬਕਾ ਦੇਖਿਆ ਜਾਵੇ ਦਲਿਤ ਵਰਗ ਸਾਡੇ ਜਲੰਧਰ ਦੁਆਬੇ 'ਚ ਗਿਣਿਆ ਜਾਂਦਾ ਹੈ। ਇਹਨਾਂ ਨੇ ਸਾਡੇ ਗੁਰੂ ਰਵਿਦਾਸ ਮਹਾਰਾਜ ਦਾ ਮੰਦਿਰ ਢਾਹਿਆ ਦਿੱਲੀ ਵਿਖੇ। ਅਸੀਂ ਸਾਰੇ ਰੋਡਾਂ ਤੇ ਬੈਠੇ, ਫਿਰ ਸੰਵਿਧਾਨ ਇਹਨਾਂ ਨੇ ਛੇੜਛਾੜ ਕੀਤਾ BJP ਸਰਕਾਰ ਨੇ। ਸਾਡੇ ਭੈਣ ਭਰਾ ਸਾਡੇ ਬਜ਼ੁਰਗ ਰੋਡਾਂ ਤੇ ਬੈਠੇ ਔਰ ਜਿਹੜੀ ਹਾਲ ਦੀ ਘੜੀ ਤੁਸੀਂ ਦੇਖਦੇ ਹੋ ਕਿ 1.25 ਸਾਲ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ। ਹਰਿਆਣੇ ਵਿੱਚ BJP ਦੀ ਸਰਕਾਰ ਸੀ। ਸਰਕਾਰ ਦੀ ਮੈਂ ਤੁਹਾਨੂੰ ਕੰਪੈਰੀਜ਼ਨ ਕਰਨ ਲੱਗਾ ਕਿ ਕਾਂਗਰਸ ਸਰਕਾਰ ਪੰਜਾਬ ਸੀ, ਕਿਸੇ ਨੇ ਵੀ ਧਰਨਾ ਨਹੀਂ, ਅਗਲਾ ਧਰਨਾ ਕਿਸੇ ਨੇ, ਹਰ ਇੱਕ ਬੰਦੇ ਦਾ ਰਾਈਟ ਹੈ ਕਿਉਂਕਿ ਲੋਕਤੰਤਰ ਹੈ। ਔਰ ਜਦੋਂ BJP ਦੀ ਸਰਕਾਰ ਜਿਹੜੀ ਹਰਿਆਣੇ 'ਚ ਦੇਖੋ ਉਹਨਾਂ ਨੇ ਰੋਡ ਪੱਟੇ, ਧੱਕਾ ਕੀਤਾ ਸਾਡੇ ਕਿਸਾਨਾਂ ਨਾਲ, ਸਾਡੇ ਮਜ਼ਦੂਰਾਂ ਨਾਲ, ਕਿਉਂਕਿ ਕਿਸਾਨੀ ਕਿਸੇ ਇੱਕ ਪਰਿਵਾਰ ਦੀ ਨਹੀਂ ਹੈਗੀ। ਅਗਰ ਤੁਸੀਂ ਦੇਖੋ ਕਿਸਾਨ ਸਿੱਖ ਸਮਾਜ 'ਚ, ਅਗਰ ਜੇ ਸਾਡੇ ਬੰਦੇ ਜਿਹੜੇ ਦੂਸਰੇ ਗਰੀਬ ਤਬਕੇ ਦੇ ਨੇ ਉਹ ਦਿਹਾੜੀਦਾਰ ਨੇ, ਪੱਲੇਦਾਰ ਨੇ, ਟਰਾਲੀ ਵਾਲੇ ਨੇ, ਅਗਰ ਆੜ੍ਹ ਦੀ ਗੱਲ ਕਰੀਏ ਹਿੰਦੂ ਵਰਗ 'ਚ ਆਉਂਦੇ ਨੇ, ਉਹ ਸਾਰਿਆਂ ਦਾ ਕਿਸਾਨੀ ਸੀਗਾ। ਔਰ ਇਹ BJP ਸਰਕਾਰ ਨੇ ਤਾਨਾਸ਼ਾਹ ਰਵੱਈਆ ਰੱਖਿਆ। 1 ਸਾਲ 1.25 ਸਾਲ ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਮਾਵਾਂ ਨੂੰ ਉੱਥੇ ਬਿਠਾਈ ਰੱਖਿਆ ਔਰ 700 ਦੇ ਕਰੀਬ ਉਹ ਪਰਿਵਾਰਾਂ ਦੇ ਜੀ ਜਾ ਚੁੱਕੇ। ਕਿਹਨੇ ਖਬਰ ਲਈ? ਇਸ ਕਰਕੇ ਸਾਨੂੰ ਸੋਚਣ ਦੀ ਲੋੜ ਹੈ। ਇੱਕ ਪਾਸੇ ਉਹ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਹੈ, ਲੋਕਾਂ ਦੇ ਨਾਲ ਚੱਲਦੀ ਹੈ, ਲੋਕਾਂ ਦੇ ਰਵੱਈਏ ਨੂੰ ਦੇਖਦੀ ਹੈ, ਲੋਕਾਂ ਦੀ ਦਰਦ ਨੂੰ ਸਮਝਦੀ। ਅੱਛਾ, ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਤੁਹਾਡੇ ਇਲਾਕੇ ਦੇ ਜਲੰਧਰ ਸੈਂਟਰਲ ਦੇ ਵੱਲ ਤੁਹਾਡੇ ਇਲਾਕੇ ਦਾ ਤੁਹਾਡਾ ਕੀ ਰੁਖ ਹੈ? ਤੁਸੀਂ ਕਿਸ ਸਿਆਸੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਜਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਜਿਹੜੇ ਮੌਜੂਦਾ MLA ਨੇ ਉਹਨਾਂ ਨੇ ਵਿਕਾਸ ਕੀਤਾ ਜਾਂ ਫਿਰ ਕੌਣ ਅੱਗੇ ਆਉਣੇ ਚਾਹੀਦੇ ਨੇ?
ਹਾਂਜੀ ਮੈਮ, ਸਾਡੇ ਜਿਹੜੇ ਮੌਜੂਦਾ ਐਮਐਲਏ ਸਾਹਿਬ ਨੇ ਰਜਿੰਦਰ ਬੇਰੀ ਸਾਹਿਬ, ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਹੋਇਆ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਦੁਬਾਰਾ ਵੀ ਉਹਨਾਂ ਨੂੰ ਹੀ ਮੌਕਾ ਦਿੱਤਾ ਜਾਵੇ, ਕਿਉਂਕਿ ਉਹ ਵਧੀਆ ਸਧਾਰਨ ਬੰਦੇ ਨੇ, ਹਰੇਕ ਬੰਦੇ ਨਾਲ ਪਿਆਰ ਨਾਲ ਮਿਲਦੇ ਵਰਤਦੇ ਨੇ, ਹਰੇਕ ਦਾ ਕੰਮ ਕਰਦੇ ਨੇ। ਅਸੀਂ ਤਾਂ ਬੇਰੀ ਸਾਹਿਬ ਨੂੰ ਹੀ ਚਾਹੁੰਦੇ ਹਾਂ ਕਿ ਦੁਬਾਰਾ ਆਵੇ। ਅੱਛਾ, ਜੇਕਰ ਗੱਲ ਕਰੀਏ ਤਾਂ ਇਸ ਸਮੇਂ ਔਰਤਾਂ ਵੀ ਜੋ ਨੇ ਉਸ ਇਲਾਕੇ ਦੀਆਂ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿ ਉਹਨਾਂ ਦਾ ਕੀ ਰੁਖ ਹੈ ਔਰ ਉਹਨਾਂ ਦਾ ਕੀ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਵਿਕਾਸ ਹੋਇਆ ਜਾਂ ਨਹੀਂ ਹੋਇਆ, ਜਾਂ ਫਿਰ ਕੌਣ ਕਿਹੜੇ ਜਿਹੜੇ ਉਮੀਦਵਾਰ ਨੇ ਉਹ ਅੱਗੇ ਆਉਣੇ ਚਾਹੀਦੇ ਨੇ ਤੇ ਉਹ ਕਿਹਨਾਂ ਨੂੰ ਸਪੋਰਟ ਕਰਦੀਆਂ ਨੇ। ਅੱਛਾ, ਤੁਹਾਡਾ ਕੀ ਮੰਨਣਾ ਹੈ, ਤੁਹਾਡੇ ਇਲਾਕੇ ਦੇ ਵਿੱਚ ਕਿਹਨਾਂ ਨੇ ਕੰਮ ਕਰਾਇਆ ਜਾਂ ਫਿਰ ਹੁਣ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ, ਜਾਂ ਮੌਜੂਦਾ ਜਿਹੜੇ ਵਿਧਾਇਕ ਨੇ ਉਹਨਾਂ ਨੇ ਬਹੁਤ ਸਾਰੇ ਕਾਰਜ ਕੀਤੇ ਕਿ ਤੁਸੀਂ ਸੰਤੁਸ਼ਟ ਹੋ ਉਹਨਾਂ ਦੇ ਕੰਮ ਦੇ ਨਾਲ? ਨਹੀਂ ਜੀ, ਅੱਗੇ ਵੀ ਦੇਖੋ, ਅੱਗੇ ਵੀ ਐਮਐਲਏ ਵੀਰੀ ਸਾਡੇ ਕਰਦੇ ਸਾਰੇ ਕੰਮ ਕਰਦੇ ਆ ਤੇ ਹੁਣ ਵੀ ਉਹ ਹੀ ਕਰਨਗੇ। ਹਾਂਜੀ, ਤੇ ਆਪਾਂ ਜੇ ਸਰਕਾਰ ਆਪਾਂ ਚੰਨੀ ਦੀ ਲਿਆਉਣੀ ਆ। ਚੰਨੀ ਸਰਕਾਰ ਆਪਣੇ ਉਹੀ ਸਾਰਾ ਕੁਝ ਕਰਦੇ ਆ। ਉਹਨਾਂ ਨੇ ਬੀਬੀਆਂ ਵਾਸਤੇ ਕਿਰਾਇਆ ਵੀ ਫ੍ਰੀ ਕੀਤਾ, ਫਿਰ ਆਪਣੀਆਂ ਵੋਟਾਂ ਦੂਜੇ ਵੀ ਪੈਨਸ਼ਨਾਂ ਵੀ ਵਧਾਈਆਂ। ਸਾਰੇ ਕੰਮ ਗਰੀਬਾਂ ਦੇ ਬਹੁਤ ਹੈਲਪ ਨਾਲ ਕਰਦੇ ਪਏ ਆ। ਹਾਂਜੀ। ਅੱਛਾ, ਜੇਕਰ ਗੱਲ ਕਰਾਂ ਤਾਂ ਕਾਂਗਰਸ ਨੇ ਹਜੇ ਤੱਕ ਮੁੱਖ ਮੰਤਰੀ ਚਿਹਰਾ ਐਲਾਨਿਆ ਨਹੀਂ ਹੋ। ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਮੁੱਖ ਮੰਤਰੀ ਦਾ ਦਰਜਾ ਤੋਂ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਦੁਬਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਵੇ? ਜੇ ਕਾਂਗਰਸ ਪਾਰਟੀ ਕਿਸੇ ਹੋਰ ਨੂੰ ਐਲਾਨ ਕਰਦੀ ਹੈ ਤਾਂ ਤੁਹਾਡਾ ਕੀ ਰੁਖ ਹੋਏਗਾ? ਨਹੀਂ ਜੀ, ਉਹ ਕੰਮ ਕਰਨਗੇ, ਮਿਹਨਤ ਕਰਦੇ ਆ, ਸਾਰੇ ਕੰਮ ਕਰਨਗੇ ਤਾਂ ਉਹਨਾਂ ਨੂੰ ਹੀ ਕਰਨਗੇ, ਮੁੱਖ ਮੰਤਰੀ ਬਣਾਉਣਗੇ। ਹਾਂਜੀ, ਗਰੀਬਾਂ ਦੇ। ਚਰਨਜੀਤ ਸਿੰਘ ਚੰਨੀ ਹੁਣੀ ਬਣਦੇ ਨੇ ਤਾਂ ਤੁਸੀਂ ਕਾਂਗਰਸ ਦੇ ਨਾਲ? ਹਾਂਜੀ, ਬਿਲਕੁਲ। ਅੱਛਾ, ਤੁਹਾਡਾ ਕੀ ਕਹਿਣਾ ਹੈ ਕਿ ਤੁਹਾਡਾ ਸਿਆਸੀ ਰੁਖ ਕੀ ਹੈ ਕਿ ਤੁਸੀਂ ਕਿਹਨੂੰ ਸਪੋਰਟ ਕਰਦੇ? ਰਜਿੰਦਰ ਬੇਰੀ ਨੂੰ। ਹਾਂਜੀ। ਉਹਨਾਂ ਨੇ ਅਜਿਹੇ ਕਿਹੜੇ ਕੰਮ ਕੀਤੇ? ਉਹਨੇ ਤਾਂ ਵੈਸੇ ਤਾਂ ਅਸੀਂ ਤਾਂ ਇੱਥੇ ਪਿੰਡ 'ਚ ਵੀ ਆਈਦਾ, ਤੇ ਜਿੱਦਾਂ ਪ੍ਰਵੀਨ ਜੀ ਆ, ਪ੍ਰਵੀਨ ਪਹਿਲਵਾਨ, ਇਹ ਕਰਦੇ ਆ ਕੰਮ ਸਾਰੇ। ਵੈਸੇ ਜੇ ਨਹੀਂ ਵੀ ਆ ਤਾਂ ਇਹ ਸਾਨੂੰ ਉਹਨਾਂ ਕੋਲ ਭੇਜ ਦਿੰਦੇ ਆ, ਸਾਡੇ ਕੰਮ ਸਾਰੇ ਉੱਥੇ ਹੋ ਜਾਂਦੇ ਦਫ਼ਤਰ ਦੇ ਵਿੱਚ, ਕਿ ਸਾਨੂੰ ਇਹ ਇੱਧਰ ਉੱਧਰ ਘੁੰਮਣਾ ਨਹੀਂ ਪੈਂਦਾ। ਅਸੀਂ ਬਹੁਤ ਧੰਨਵਾਦੀ ਹਾਂ ਜੀ। ਸਿਰਫ ਇੱਕ ਕਾਂਗਰਸ ਸਰਕਾਰ ਦੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਸਹੂਲਤਾਂ ਦਿੱਤੀਆਂ। ਸਾਡੇ ਰੋਡ, ਸਾਡੇ ਸਾਰੇ ਬੱਚਿਆਂ ਨੂੰ, ਮਾਵਾਂ ਭੈਣਾਂ ਨੂੰ ਵਧੀਆ ਇਹਨਾਂ ਨੇ ਸਹੂਲਤਾਂ ਦਿੱਤੀਆਂ। ਅਸੀਂ ਕਾਂਗਰਸ ਦੇ ਬਹੁਤ ਫੈਨ ਆ ਕਿ ਇਹ ਸਾਡੀ ਕਾਂਗਰਸ ਬਣੇ। ਅਸੀਂ ਹੋਰ ਤਾਂ ਕਿਸੇ ਦੀਆਂ ਗੱਲਾਂ ਸੁਣੀਆਂ ਨਹੀਂ। ਜਿੰਨੀ ਕਿ ਸਾਡੀ ਉਮਰ ਹੋਈ ਆ, ਜਿੱਥੇ ਤੱਕ ਅਸੀਂ ਦੇਖਦੇ ਹੁੰਦੇ ਆ, ਸਾਡੀ ਕਾਂਗਰਸ ਹੀ ਸਾਡਾ ਸਾਥ ਦੇ ਰਹੀ ਆ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੀ। ਬਾਬਾ ਜੀ ਵੀ ਗਾਂ ਵੀ ਸਾਡੀਆਂ ਵੋਟਾਂ ਵੀ, ਜਿੰਨੇ ਸਾਡੇ ਪਿੰਡ ਦੇ ਆ ਵੱਡੇ ਬਜ਼ੁਰਗ ਜਿੰਨੇ ਵੀ ਆ, ਸਾਰੇ ਇਹਨਾਂ ਕਾਂਗਰਸ ਨੂੰ ਹੀ ਵੋਟ ਪਾਉਣ ਦੀ ਕੋਸ਼ਿਸ਼ ਪੂਰੀ ਕਰ ਰਹੇ ਆ ਤੇ ਪਾਊਗੇ ਵੀ ਇਹਨਾਂ ਨੂੰ ਹੀ। ਬਾਕੀ ਅਸੀਂ ਨਾ ਕਿਸੇ ਨੂੰ ਜਾਣਦੇ ਆ ਤੇ ਨਾ ਸਾਨੂੰ ਕੋਈ ਜਾਣੇ। ਅਸੀਂ ਕਾਂਗਰਸ ਦੇ ਕੱਟਰ ਕਾਂਗਰਸੀ ਆ ਤੇ ਕੱਟਰ ਹੀ ਰਹਿਣਾ ਆ ਜੀ। ਜਲੰਧਰ ਸੈਂਟਰਲ ਦੀ ਜੇਕਰ ਗੱਲ ਕਰੀਏ ਤਾਂ ਤੁਹਾਡੀ ਸਿਆਸੀ ਰੁਖ ਕੀ ਹੈ? ਤੁਹਾਡਾ ਸਿਆਸੀ ਰੁਖ ਕੀ ਹੈ ਕਿ ਕਿਹੜਾ ਉਮੀਦਵਾਰ ਜਿਹੜਾ ਆਉਣਾ ਚਾਹੀਦਾ ਹੈ? ਸਾਡਾ ਮਨੋਰੰਜਨ ਕਾਲੀਆ ਜੀ, ਕਿਉਂਕਿ ਇਹਨਾਂ ਨੇ ਪਿਛਲੇ 10 ਸਾਲ 2007 ਤੋਂ ਲੈ ਕੇ 17 ਤੱਕ ਇੰਨਾ ਵਿਕਾਸ ਕਰਾਇਆ, ਕੋਈ ਹੋਰ ਕੋਈ ਕੈਂਡੀਡੇਟ ਕਰਾ ਨਹੀਂ ਸਕਦਾ ਹੈਗਾ। ਇੱਥੇ ਨਾਲੀਆਂ, ਸੜਕਾਂ, ਸਕੂਲ, ਸਾਰਾ ਕੁਝ ਇਹਨਾਂ ਨੇ ਕੀਤਾ। ਦੇਖੋ ਪਿਛਲੇ ਸਾਲ ਤੋਂ 5 ਸਾਲ ਬੇਰੀ ਜੀ ਉਹਨਾਂ ਨੇ ਦੇਖੋ ਰੋਡ ਕਿੱਦਾਂ ਦੀ ਬਣਾਈ ਆ, ਦਿਸਦੀ ਪਈ ਆ, ਉਹਦੀ ਮਿਆਦ ਵੀ ਬਿਲਕੁਲ 0% ਆ। ਤੇ ਉਹਨਾਂ ਦੀਆਂ ਸੜਕਾਂ ਦੇਖੋ ਬਹੁਤ ਫਸਟ ਕਲਾਸ ਆ। ਤੇ ਅਸੀਂ ਚਾਹੁੰਦੇ ਕਿ ਦੁਆਰ ਕੇ ਲੋਕੀ ਮੌਕਾ ਦੇਣ ਤੇ ਮਨੋਰੰਜਨ ਕਾਲੀਆ ਜੀ ਵਾਪਸ ਆਉਣ। ਦੇਖੋ ਜੀ, ਸਿਆਸੀ ਰੁਖ ਇੱਦਾਂ ਹੈ ਕਿ ਜਿਹੜੇ ਮਨੋਰੰਜਨ ਕਾਲੀਆ ਜੀ ਹਨ, ਇਹਨਾਂ ਦੇ ਪਿਤਾ ਜੀ ਮਨਮੋਹਨ ਕਾਲੀਆ ਸੀਗੇ। ਉਹਨਾਂ ਨੇ ਸਾਡੇ ਇੱਥੇ ਵਿਕਾਸ ਕਰਨਾ ਸ਼ੁਰੂ ਕੀਤਾ, ਨਹੀਂ ਤਾਂ ਸਾਡੇ ਮਹੱਲੇ ਨੂੰ ਕੋਈ ਪੁੱਛਦਾ ਨਹੀਂ ਸੀ। ਸਾਨੂੰ ਸੜਕਾਂ ਦਿੱਤੀਆਂ, ਸੀਵਰੇਜ ਪਵਾਇਆ, ਵਾਟਰ ਸਪਲਾਈ, ਨਵੀਆਂ ਮੋਟਰਾਂ, ਪਾਰਕ, ਸ਼ਮਸ਼ਾਨ ਘਾਟ, ਗੁਰਦੁਆਰਾ ਸਾਹਿਬ ਨੂੰ ਸਾਡੇ ਘੱਟੋ ਘੱਟ ਵੀ 1 ਕਰੋੜ ਰੁਪਇਆ ਸਾਨੂੰ ਗ੍ਰਾਂਟ ਲਿਆ ਕੇ ਦਿੱਤੀ ਹੈ। ਮਤਲਬ ਕਿ ਇਹਨਾਂ ਦਾ ਕੀਤਾ ਅਸੀਂ ਕਦੀ ਭੁੱਲ ਨਹੀਂ ਸਕਦੇ। ਇਹਨਾਂ ਨੇ ਬਹੁਤ ਕੀਤਾ ਹੈ। ਇਹਨਾਂ ਕੋਈ ਬਹੁਤ ਨੇੜਲਾ ਕੋਈ ਮੰਤਰੀ ਸੰਤਰੀ ਵੀ ਹੋਵੇ ਉਹ ਨਹੀਂ ਕਰਦਾ ਜਿੰਨਾ ਮਨੋਰੰਜਨ ਕਾਲੀਆ ਜੀ ਨੇ ਸਾਡੇ ਲਈ ਕੀਤਾ ਹੈ। ਬੀਐਸਪੀ ਤੇ ਅਕਾਲੀ ਦਲ ਆ। ਅਕਾਲੀ ਦਲ ਦਾ ਡਰੱਗ ਮਾਫੀਆ ਦੇ ਵਿੱਚ ਦੇਖੋ, ਜੇ ਇਹਨਾਂ ਦੀ ਸਰਕਾਰ ਹੋਗੀ ਤਾਂ ਡਰੱਗ ਮਾਫੀਆ ਫੈਲੂਗਾ। ਸਾਡੀ ਫੁੱਲ ਫਲਾਈਂਗ ਕਦੀ ਸਰਕਾਰ ਨਹੀਂ ਆਈ ਹੈਗੀ। ਇਹ ਫਸਟ ਟਾਈਮ ਇਹ ਆ ਕਿ ਪੰਜਾਬ ਦੇ ਵਿੱਚ ਸਾਡੀ ਫੁੱਲ ਫਲਾਈਂਗ ਆਪ ਆਜ਼ਾਦ, ਮਤਲਬ ਸਾਰੇ ਖੜੇ ਹੁੰਦੇ ਪਏ ਆ ਬੰਦੇ, ਕਿ ਮਤਲਬ ਕਿ 65 ਸੀਟਾਂ 'ਤੇ ਲੜ ਰਹੇ ਆ। ਬਾਕੀ ਕੈਪਟਨ ਵਾਲੀ ਪਾਰਟੀ ਆ, ਬਾਕੀ ਹੋਰ। ਤੇ ਇਹਦੇ ਵਿੱਚ ਅਸੀਂ ਵਿਕਾਸ ਹੀ ਕਰਾਉਂਗੇ ਤੇ ਸਾਡੇ ਡਬਲ ਇੰਜਨ ਸਰਕਾਰ ਆਊਗੀ, ਜਿਹੜੀ ਸੈਂਟਰ ਦੇ ਵਿੱਚ ਵੀ ਹੋਊਗੀ ਤੇ ਪੰਜਾਬ ਵਿੱਚ ਵੀ ਹੋਊਗੀ। ਆਮ ਆਦਮੀ ਪਾਰਟੀ ਵੀ ਫੇਲ ਆ, ਕਿਉਂਕਿ ਉਹ ਉਹਨਾਂ ਦੇ ਕੈਂਡੀਡੇਟ ਰਮਨ ਅਰੋੜਾ, ਉਹਨਾਂ ਦੀ ਭਾਸ਼ਾ ਦੇਖੋ, ਲੇਡੀਜ਼ ਬਾਰੇ ਕਿੰਨਾ ਕੁਝ ਗਲਤ ਬੋਲ ਰਹੇ ਆ। ਐਦਾਂ ਬੋਲਣਾ ਨਹੀਂ ਚਾਹੀਦਾ ਹੈਗਾ ਉਹਨਾਂ ਨੂੰ, ਤੇ ਉਹਨਾਂ ਨੂੰ ਇਸ ਕਰਕੇ ਬੈਡ ਇੰਪੈਕਟ ਪੈਣਾ, ਉਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਹੈਗੀਆਂ। ਕਾਲੀਆ ਸਾਹਿਬ ਇੱਕ ਸੀਨੀਅਰ ਸਿਟੀਜ਼ਨ ਆ, ਵਧੀਆ ਤਰੀਕੇ ਨਾਲ ਹੈਂਡਲ ਕਰਦੇ ਆ, ਤੇ ਉਹਨਾਂ ਵਰਗਾ ਲੀਡਰ ਨਹੀਂ ਕੋਈ ਹੈਗਾ। ਜੀ ਜੀ, ਦੇਖੋ ਜੀ, ਰਿਸਪੈਕਟ ਲੇਡੀ ਨੂੰ ਸਰਵੋਪਰੇ ਹੈ, ਸਭ ਤੋਂ ਪਹਿਲਾਂ ਦੇਣੀ ਚਾਹੀਦੀ ਹੈ। ਜੋ ਇਹ ਉਹਨਾਂ ਨੇ ਗਲਤ ਸ਼ਬਦਾਵਲੀ ਉਹਨੀ ਵਰਤੀ ਹੈ ਤੇ ਚਲੋ ਬੋਲੇ ਆ, ਉਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਹੈ। ਦੂਸਰੀ ਗੱਲ ਇਹ ਹੈ ਕਿ ਵੀ ਅਸੀਂ ਕਿਸੇ ਦੀ ਗੱਲ ਨਹੀਂ ਕਰਾਂਗੇ, ਅਸੀਂ ਗੱਲ ਕਰਾਂਗੇ ਅਸੀਂ ਆਪਣੇ ਮਹੱਲਾ ਕੋਟ ਰਾਮਦਾਸ ਦੀ, ਜਿਹਦੇ ਵਿੱਚ ਮਨੋਰੰਜਨ ਕਾਲੀਆ ਜੀ ਨੇ ਵਿਕਾਸ ਕਰਾਇਆ, ਬੜੇ ਧੜੱਲੇ ਨਾਲ ਕਰਾਇਆ।
ਚਾਹੇ ਘਰ ਘਰ ਜਾ ਕੇ ਤੁਸੀਂ ਪੁੱਛ ਸਕਦੇ, ਬੱਚਾ ਬੱਚਾ ਜਾਣਦਾ ਉਹਨਾਂ ਨੂੰ ਕਿ ਵੀ ਇਹ ਸਾਡੇ ਨੇਤਾ ਨੇ, ਤੇ ਇਸ ਵਾਰ ਵੀ ਜ਼ਰੂਰ ਲੈ ਕੇ ਆਉਣਗੇ ਅੱਗੇ। ਦੇਖੋ ਜੀ, ਸਾਡੇ ਨਾਲ ਤਾਂ ਬੀਜੇਪੀ ਆਣੀ ਚਾਹੀਦੀ ਹੈ, ਜਿਹੜਾ ਕਿ ਵਿਕਾਸ ਕੀਤੇ ਇਹਨਾਂ ਨੇ, ਜਿਹਦਾ ਦੇਖਿਆ ਹੀ ਨਹੀਂ ਜੇ ਬੰਦੇ ਨੂੰ ਆਪਾਂ ਉਹਦੇ ਬਾਰੇ ਕੀ ਕਹਾਂਗੇ ਆਪਾਂ, ਠੀਕ ਹੈ ਨਾ ਗੱਲ। ਬਾਕੀ ਲੈ ਲਓ ਆਮ ਆਦਮੀ ਪਾਰਟੀ ਬਾਰੇ, ਉਹ ਬੰਦੇ ਨੂੰ ਆਪਾਂ ਦੇਖੇ ਨਹੀਂ ਅਜੇ ਤੱਕ ਪੰਜਾਬ ਦੇ ਵਿੱਚ, ਤੇ ਉਹ ਆਪਣੇ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ। ਤੇ ਜਿਵੇਂ ਕਿ ਇੱਥੇ ਵੀ ਔਰਤਾਂ ਮੌਜੂਦ ਨੇ, ਉਹਨਾਂ ਤੋਂ ਵੀ ਜਾਣਨਾ ਚਾਹਾਂਗੇ ਕੀ ਕਹਿਣਾ ਤੁਹਾਡਾ, ਕੀ ਸਿਆਸੀ ਰੁਖ ਹੈ, ਤੁਹਾਡੀ ਗਲੀ ਮਹੱਲੇ ਦਾ ਵਿਕਾਸ ਹੋਇਆ ਕਿਹਨਾਂ ਨੇ ਕਰਵਾਇਆ, ਔਰ ਕਿਹਨੂੰ ਅੱਗੇ ਤੁਸੀਂ ਮੌਜੂਦਾ ਵਿਧਾਇਕ ਨੇ ਕੀ ਕੀਤਾ ਤੇ ਕਿਹਨਾਂ ਨੂੰ ਹੁਣ ਅੱਗੇ ਤੁਸੀਂ ਦੇਖਦੇ ਹੋ? ਮਨੋਰੰਜਨ ਕਾਲੀ ਜੀ, ਹਾਂਜੀ, ਇਹਨਾਂ ਨੇ ਸਾਡੇ ਬਹੁਤ ਕੰਮ ਕੀਤੇ ਆ। ਹਾਂਜੀ, ਦੇਖੋ ਜੀ, ਸਾਡਾ ਜਿੰਨਾ ਵੀ ਸੈਂਟਰਲ ਹਲਕੇ ਦਾ ਸੁਧਾਰ ਆ ਸ਼੍ਰੀ ਮਨੋਰੰਜਨ ਕਾਲੀਆ ਜੀ ਨੇ ਕਰਵਾਇਆ। ਕਾਂਗਰਸ ਦੇ ਟਾਈਮ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਅੱਜ ਦਿਨ ਤੱਕ। ਜਿੰਨਾ ਵੀ ਸਾਡੇ ਸੈਂਟਰਲ ਹਲਕਾ ਲਾ ਲਓ ਤੁਸੀਂ, ਸਾਡਾ ਕੋਟ ਰਾਮਦਾਸ ਲਗਾ ਲਓ, ਕਰੋਲ ਬਾਗ ਲਗਾ ਲਓ ਜਾਂ ਮਾਨ ਸਿੰਘ ਨਗਰ ਲਗਾ ਲਓ, ਜਿੰਨਾ ਕੰਮ ਸਾਡੇ ਕਾਲੀਆ ਜੀ ਨੇ ਕਰਵਾਇਆ ਉਹ ਕਿਸੇ ਨੇ ਵੀ ਨਹੀਂ ਕਰਵਾਇਆ ਨਾ ਕੰਮ। ਤੇ ਅਸੀਂ ਤੇ ਚਾਹਾਂਗੇ ਜੀ ਕਿ ਇਸ ਵਾਰ ਪੂਰੇ ਜ਼ੋਰਾਂ ਸ਼ੋਰਾਂ ਤੇ ਕਿ ਕਾਂਗਰਸ ਦੀ ਜ਼ਮਾਨਤ ਤੱਕ ਜ਼ਬਤ ਹੋਵੇ, ਕਿ ਮਨੋਰੰਜਨ ਜੀ ਕਾਲੀਆ 50,000 ਵੱਧ ਤੋਂ ਵੋਟ ਤੋਂ ਸੈਂਟਰਲ ਹਲਕੇ ਤੋਂ ਜਿੱਤਣਗੇ। ਦੇਖੋ ਜੀ, ਉਹਨਾਂ ਨੇ ਸਿਰਫ ਇਹ ਕਰਵਾਇਆ ਜੀ, ਆ ਗਏ ਗੁਰਦੁਆਰਾ ਸਾਹਿਬ ਬਹਿ ਗਏ, ਚੱਕਰ ਮਾਰ ਗਏ, ਕੋਈ ਕੰਮ ਦਾ ਕੀ। ਇਹ ਸੜਕਾਂ ਬਣੀਆਂ ਜੀ, ਦੇਖੋ ਦਿਖਾਓ ਸੜਕ, ਕਿੰਨੇ ਮਹੀਨੇ ਹੋਏ ਇਹਨਾਂ ਨੂੰ ਬਣਨ ਨੂੰ। ਇਹ ਦੇਖੋ ਜੀ, ਇਹ ਸੜਕਾਂ ਬਣੀਆਂ ਦੇਖੋ, ਇਹ ਕਿੰਨੇ ਮਹੀਨੇ ਹੋਏ ਸੜਕਾਂ ਬਣੀਆਂ ਨੂੰ, ਸੜਕਾਂ ਦੀ ਕੰਡੀਸ਼ਨ ਦੇਖੋ। ਤੇ ਜਦੋਂ ਬਾਰਿਸ਼ ਹੁੰਦੀ ਹੈ ਤੇ ਅੱਜ ਦਿਨ ਤੱਕ ਬਾਰਿਸ਼ ਹੁੰਦੀ ਰਹੀ ਹੈ ਜੀ, ਕਦੀ ਵੀ ਇੱਥੇ ਪਾਣੀ ਨਹੀਂ ਇਕੱਠਾ ਹੋਇਆ ਸੀ। ਇਹ ਜਿਸ ਦਿਨ ਦੀ ਸੜਕ ਬਣੀ ਆ, ਸਰਕਾਰੀ ਸਕੂਲ ਹੈ ਸਾਡਾ, ਉੱਥੇ ਸਾਰਾ ਉਹਦਾ ਪਾਣੀ ਉਹਦੇ ਅੱਗੇ ਇਕੱਠਾ ਹੁੰਦਾ ਕੀ ਹੈ ਜੀ। ਤੇ ਉਦੋਂ ਅਸੀਂ ਠੇਕੇਦਾਰ ਨੂੰ ਕਹਿ ਰਹੇ ਹਾਂ ਤੂੰ ਕੀ ਕਰ ਰਿਹਾ, ਤੇ ਠੇਕੇਦਾਰ ਜੀ ਕਹਿ ਰਹੇ ਸਾਨੂੰ ਬੇਰੀ ਸਾਹਿਬ ਨੇ ਕਿਹਾ। ਠੀਕ ਹੈ ਜੀ, ਕੋਈ ਕੰਮ ਅਸੀਂ ਤਾਂ ਵਿਕਾਸ ਚਾਹੀਦਾ, ਸਾਨੂੰ ਵਿਕਾਸ ਚਾਹੀਦਾ ਕਿ ਸਾਡਾ ਕੰਮ ਹੋਵੇ ਇੱਥੇ ਕੋਈ। ਪਰ ਸਾਡੀ ਜਿੰਨੀ ਦੇਰ ਕਾਲੀਆ ਜੀ ਰਹੇ ਆ, ਸਾਡਾ ਇੱਥੇ ਬਹੁਤ ਸੋਹਣਾ ਸੁਧਾਰ ਉਹਨਾਂ ਕੀਤਾ। ਸੀਵਰੇਜ ਵੀ ਉਹਨਾਂ ਦੀ ਦੇਣਾ, ਪਾਣੀ ਵਾਟਰ ਸਪਲਾਈ ਵੀ ਆ, ਸੜਕਾਂ ਬਹੁਤ ਪ੍ਰੋਪਰ ਤਰੀਕੇ ਨਾਲ ਰਹੀਆਂ, ਬਹੁਤ ਵਧੀਆ ਸੁਧਾਰ ਹੋਇਆ ਜੀ। 70 ਤੋਂ 75 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ। ਅੱਜ ਤੱਕ ਹਰ ਇਲਾਕੇ ਦੇ ਵਿੱਚ ਸੀਵਰੇਜ, ਵਾਟਰ ਸਪਲਾਈ, ਸੜਕਾਂ, ਲਾਈਟਾਂ ਇੱਥੇ ਤੱਕ ਹੀ ਸੀਮਤ ਰਹਿ ਗਏ ਆ। ਕਦੀ ਕਿਸੇ ਨੇ ਇਹ ਦੇਖਿਆ ਕਿ ਹਸਪੀਟਲ 'ਚ ਕਿੰਨੇ ਮਿੰਟਾਂ 'ਚ ਤੁਹਾਨੂੰ ਪੇਸ਼ੈਂਟ ਨੂੰ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ? ਕੋਈ ਇਸ ਚੀਜ਼ ਨੂੰ ਦੇਖਿਆ ਕਦੀ ਕਿ ਜੇ ਕੋਈ ਕਿਤੇ ਵੀ ਸਫ਼ਰ ਕਰਦਾ ਰਸਤੇ 'ਚ ਇੰਸਟੈਂਟ ਹੁੰਦਾ ਵਾ, ਕੋਈ ਛੇਤੀ ਕਿਤੇ ਹੱਥ ਨਹੀਂ ਲਾਉਂਦਾ ਕਿਉਂਕਿ ਉਹਨੂੰ ਡਰ ਲੱਗਦਾ ਕਿਤੇ ਮੈਨੂੰ ਸਵਾਲ ਜਵਾਬਾਂ 'ਚ ਜਾਂ ਮੇਰੇ 'ਤੇ ਕੋਈ ਐਲੀਗੇਸ਼ਨ ਨਾ ਲੱਗ ਜਾਵੇ। ਇਹ ਇਨਸਾਨੀਅਤ ਬਿਲਕੁਲ ਖਤਮ ਹੀ ਹੋਈ ਜਾ ਰਹੀ ਹੈ। ਇਹ ਉਦੋਂ ਬਾਹਰ ਆਉਂਦੇ ਆ ਜਦੋਂ ਇਲੈਕਸ਼ਨਾਂ ਦੇ ਟਾਈਮ ਹੁੰਦੇ ਆ। ਇਹ ਉਦੋਂ ਕਦੋਂ, ਉਹ ਬਾਕੀ ਟਾਈਮ ਕਦੋਂ ਇਲੈਕਸ਼ਨਾਂ ਦੀ ਡੇਟ ਖਤਮ ਹੋ ਗਈ ਸਾਰੇ ਆਪਣੇ ਘਰਾਂ 'ਚ ਵੜ ਜਾਂਦੇ। ਜਦੋਂ ਕੈਂਡੀਡੇਟ ਕੋਈ ਜਿੱਤਦਾ, ਜਿਹੜੇ ਬਾਕੀ ਹਾਰਦੇ ਆ ਉਹਨਾਂ ਨੇ ਕਦੀ ਇਸ ਚੀਜ਼ ਨੂੰ ਨਹੀਂ ਦੇਖਦੇ ਕਿ ਸਾਡੇ ਨਾਲ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਸੀ, ਜੇ ਬੇਸ਼ੱਕ ਹਾਰ ਵੀ ਗਏ ਆ, ਅਸੀਂ ਉਹਨਾਂ ਦੀ ਹੱਥ ਤਾਂ ਫੜੀਏ, ਉਹਨਾਂ ਦੀ ਪ੍ਰੋਬਲਮ ਤਾਂ ਦੇਖੀਏ, ਉਹਨਾਂ ਦਾ ਹਾਲ ਤਾਂ ਦੇਖੀਏ। ਜਿਹੜਾ ਬੰਦਾ ਆਪਣੇ ਸਿਰਫ ਇਲੈਕਸ਼ਨਾਂ ਦੇ ਵੇਲੇ ਜਾਂ ਵੋਟਾਂ ਦੇ ਕਰਕੇ ਰਾਜਨੀਤੀ ਦੇ ਵਿੱਚ ਹੈ ਜਾਂ ਆਪਣੀ ਵੋਟ ਬੈਂਕ ਬਣਾਉਣ ਦੇ ਵਿੱਚ ਬੈਠਾ ਵਾ, ਉਹ ਪਬਲਿਕ ਦਾ ਸੁਧਾਰ ਨਹੀਂ ਕਰ ਸਕਦਾ। ਤੇ ਜਿਹੜਾ ਬੰਦਾ ਪਬਲਿਕ ਦੇ ਵਿੱਚ ਵਿਚਰਦਾ ਵਾ, ਜਿਹੜਾ ਬੰਦਾ ਪਬਲਿਕ ਦੀ ਸਾਰ ਲੈਂਦਾ, ਵਿਕਾਸ ਵੱਲ ਨੂੰ ਜਾਂਦਾ ਵਾ, ਕਿ ਉਹਨੂੰ ਇੰਨਾ ਪਤਾ ਹੋਣਾ ਤਾਂ ਚਾਹੀਦਾ ਕਿ 70 ਸਾਲ ਹੋ ਗਏ ਆ, ਅੱਜ ਤੱਕ ਕਿਸੇ ਵੀ ਏਰੀਆ 'ਚ ਚੱਲ ਜਾਓ ਉੱਥੇ ਇੱਕੋ ਹੀ ਚੀਜ਼ ਹੁੰਦਾ ਜੀ, ਸਾਡੇ ਸੜਕਾਂ ਹੈ ਨਹੀਂ, ਸਾਡੇ ਲਾਈਟਾਂ ਹੈ ਨਹੀਂ, ਸਾਡੇ ਸੀਵਰੇਜ ਦੀ ਪ੍ਰੋਬਲਮ ਆ, ਸਾਨੂੰ ਵਾਟਰ ਸਪਲਾਈ ਦੀ ਪ੍ਰੋਬਲਮ ਆ। 70 ਸਾਲਾਂ ਤੱਕ ਆਲ ਓਵਰ ਇੰਡੀਆ 'ਚ ਇੱਕ ਖੁੰਝੇ ਤੋਂ ਵੀ ਸ਼ੁਰੂ ਕਰੋ ਨਾ, ਤੇ ਸਾਰਾ ਦੇਸ਼ ਦੇ ਵਿੱਚੋਂ ਸੀਵਰੇਜ ਵਗੈਰਾ ਦੀ ਸਾਰੀ ਸਮੱਸਿਆ ਖਤਮ ਹੋ ਜਾਂਦੀ ਆ। ਤੇ ਇਹ ਮੁੱਦੇ ਕਿਉਂ ਨਹੀਂ ਹੱਲ ਹੋ ਰਹੇ? ਇਹ ਸਾਰੇ ਰਾਜਨੀਤੀ ਆਪਣੇ ਆਪ ਨੂੰ ਮੰਤਰੀ ਵੀ ਬਣੇ ਆ, ਸੰਤਰੀ ਵੀ ਬਣੇ ਆ, ਚੰਗੇ ਚੰਗੇ ਮਿਨਿਸਟਰ ਬਣ ਗਏ ਆ, ਇਹ ਸਾਡੇ ਸਿਰ ਤੋਂ। ਬਾਅਦ ਵਿੱਚ ਕੋਈ ਸਾਨੂੰ ਆ ਕੇ ਇਹ ਨਹੀਂ ਪੁੱਛਦਾ ਕਿ ਤੁਹਾਡੇ ਪੱਲੇ ਵੀ ਕੁਝ ਹੈਗਾ, ਕੰਮਕਾਰ ਕਿਸੇ ਦੇ ਕੋਲ ਨਹੀਂ ਹੈਗਾ। ਵਿਹਲਾ ਇੰਟਰਨੈਟ ਉਹ ਫ੍ਰੀ ਕੀਤੇ ਹੋਏ ਆ ਤਾਂ ਕਿ ਅੱਗੇ ਜਿਹੜੇ ਬੇਰੋਜ਼ਗਾਰ ਬਾਹਰ ਫਿਰਦੇ ਸੀ ਉਹ ਮੋਬਾਈਲਾਂ ਤੇ ਬਿਜ਼ੀ ਹੋ ਗਏ ਆ, ਤਾਂ ਕਿ ਕੋਈ ਨੌਕਰੀ ਨਾ ਮੰਗ ਸਕੇ। ਜਿਹੜੇ ਬੱਚੇ ਰੋਜ਼ਗਾਰ ਕਰਦੇ ਆ ਉਹਨਾਂ ਕੋ ਇੰਨੀ ਜੋਗੇ ਰੋਜ਼ਗਾਰ ਨਹੀਂ ਹੈਗੇ ਕਿ ਉਹ ਆਪਣੀ ਰੋਟੀ ਕਮਾ ਕੇ ਖਾ ਸਕਣ। ਠੀਕ ਹੈ ਨਾ, ਜਿਹੜੇ ਰੋਜ਼ਗਾਰ ਇਹਨਾਂ ਨੂੰ ਬਣਾਉਣੇ ਚਾਹੀਦੇ ਆ, ਉਹਦਾ ਜ਼ਰੀਆ ਦੇਣਾ ਚਾਹੀਦਾ। ਯੂਥ ਜਿਹੜਾ ਵਾ ਉਹ ਰੋਜ਼ਗਾਰ ਮੰਗਦਾ, ਜੇ ਉਹ ਕੰਮਕਾਰ 'ਚ ਬਿਜ਼ੀ ਹੋਣਗੇ ਤਾਂ ਉਹ ਮਾੜੀ ਸੰਗਤੀ 'ਚ ਨਹੀਂ ਜਾਏਗਾ, ਨਸ਼ੇ 'ਚ ਨਹੀਂ ਜਾਏਗਾ। ਠੀਕ ਹੈ ਜੀ, ਤੇ ਜਿਹੜਾ ਨਸ਼ੇ ਦਾ ਕੰਮ ਆ ਉਹ ਖਤਮ ਹੋ ਜਾਊਗਾ, ਤੇ ਜਿਹੜਾ ਕੰਮ ਦੇ ਵਿੱਚ ਵਿਅਸਤ ਰਹੂਗਾ। ਤੇ ਜਦੋਂ ਵਿਹਲੇ ਆ, 4 ਜਣੇ ਕਿਤੇ ਖੜੇ, 4 ਜਣੇ ਕਿਤੇ ਖੜੇ, ਕਿਸੇ ਦੀ ਧੀ ਭੈਣ ਬਾਹਰ ਨਹੀਂ ਨਿਕਲ ਸਕਦੀ, ਕਿਸੇ ਧੀ ਭੈਣ ਕਿਸੇ ਮੋੜ ਤੋਂ ਘਰ ਦੇ ਹੀ ਉਹਨੂੰ ਬਾਹਰ ਕੱਢਣ ਤੋਂ ਪਹਿਲੇ 10 ਵਾਰੀ ਡਰਦੇ ਕਿ ਨਹੀਂ ਬਾਹਰ 4 ਫਜ਼ੂਲ ਬੰਦੇ ਜਾਂ ਬੇਕਾਰ ਹੋ ਕੇ ਯੂਥ ਰਹਿ ਗਿਆ ਵਾ। ਆਉਣ ਵਾਲੇ ਟਾਈਮ 'ਚ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਕਿ ਉਹ ਬੇਕਾਰ ਜਿਹੜਾ ਯੂਥ ਆ ਉਹ 10 ਸਾਲ 20 ਸਾਲ ਦਾ ਹੋ ਕੇ ਵੀ ਬੇਕਾਰ ਆ, 30 ਸਾਲ 'ਚ ਵੀ ਬੇਕਾਰ ਆ। 30 ਸਾਲ ਤੋਂ ਬਾਅਦ ਉਹ ਕੰਮ ਕੀ ਕਰੂਗਾ? ਉਹਨੂੰ ਤਾਂ ਪਹਿਲੇ ਹੱਡ ਹਰਾਮੀ ਪੈ ਜਾਣੀ, ਤੇ ਉਹ ਮਾੜੀ ਸੰਗਤੀ 'ਚ ਹੀ ਜਾਊਗਾ, ਨਸ਼ੇ 'ਚ ਹੀ ਜਾਊਗਾ।
ਤੇ ਉਹਦੇ ਬਾਰੇ ਇਹ ਕੀ ਸੋਚਦੇ ਆ? ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ, ਕੋਈ ਪਲਾਨ ਨਹੀਂ। ਜਲੰਧਰ ਸੈਂਟਰਲ ਦੀ ਜੇਕਰ ਗੱਲ ਕਰੀਏ ਤਾਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ। ਤੁਸੀਂ ਕਿਸ ਸਿਆਸੀ ਪਾਰਟੀ ਦਾ ਰੁਖ ਕਰਦੇ ਹੋ, ਜਾਂ ਫਿਰ ਇਲਾਕੇ ਦੇ ਵਿੱਚ ਕਿਹੜੀ ਨਵੀਂ ਸਿਆਸੀ ਪਾਰਟੀ ਦੇਖਣਾ ਚਾਹੁੰਦੇ ਹੋ, ਜਾਂ ਫਿਰ ਮੌਜੂਦਾ ਜੋ ਵਿਧਾਇਕ ਨੇ ਉਹਨਾਂ ਨੂੰ ਹੀ ਦੇਖਣਾ ਚਾਹੁੰਦੇ ਹੋ? ਮੈਮ ਪਿਛਲੇ 5 ਸਾਲਾਂ ਤੋਂ ਇਸ ਸੈਂਟਰਲ ਕੰਸਟੀਚੂਐਂਸੀ ਵਿੱਚ ਕਾਂਗਰਸ ਦੇ ਵਿਧਾਇਕ ਸਨ ਰਜਿੰਦਰ ਬੇਰੀ ਜੀ, ਤੇ ਜੇ ਮੈਂ ਉਹਨਾਂ ਦੀਆਂ ਪਰਤਾਂ ਖੋਲ੍ਹਣਾ ਸ਼ੁਰੂ ਕਰਾਂ ਤਾਂ ਬਹੁਤ ਗਹਿਰਾਈ ਤੱਕ ਜਾਣਗੀਆਂ। ਮੈਂ ਤੁਹਾਨੂੰ ਪਿੱਛੇ ਦਿਖਾਣਾ ਕਿ ਉਹ ਉਹਨਾਂ ਦੇ ਬੰਦੇ ਇੱਥੇ ਆਏ ਸੀ, ਕਹਿੰਦੇ ਵੀ ਅਸੀਂ ਵਿਕਾਸ ਦੇ ਨਾਂ ਤੇ ਵੋਟ ਲੈਣੀ ਹੈ। ਵਿਕਾਸ ਉਹਨਾਂ ਦਾ ਤੁਹਾਨੂੰ ਦਿਖਾਵਾਂਗੀ। ਇੱਥੋਂ ਆ ਬਹੁਤ ਵਧੀਆ ਬਾਜ਼ਾਰ ਸੀਗਾ, ਟਾਈਲਾਂ ਲੱਗੀਆਂ ਪਈਆਂ ਸੀ, ਇੱਧਰ ਵੀ ਲੱਗੀਆਂ ਪਈਆਂ ਸੀ, ਬਹੁਤ ਵਧੀਆ ਸੀ। ਜਿਹੜੀ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਜਿਹੜਾ ਵਿਕਾਸ ਕਰਾਇਆ ਸੀ ਉਹ ਮੂੰਹੋਂ ਬੋਲਦਾ ਸੀਗਾ। ਰਜਿੰਦਰ ਬੇਰੀ ਹੋਣਾ ਦੇ ਨਾਲ ਉਹਨਾਂ ਦੇ 2 ਕੌਂਸਲਰਾਂ ਨੇ ਰਲ ਕੇ ਇੱਕ ਪਿੱਛੇ ਉਹਨਾਂ ਨੇ ਕਲੋਨੀਆਂ ਕੱਟੀਆਂ ਸੀ, ਉਹਨਾਂ ਦੇ ਵਿੱਚ ਇੱਥੋਂ ਸਾਰੀਆਂ ਟੈਲਾਂ ਪੱਟ ਕੇ ਉਹਨਾਂ ਨੇ ਆਪਣੀਆਂ ਕਲੋਨੀਆਂ ਵਿੱਚ ਲੈ ਲਏ। ਜਦੋਂ ਇੱਥੇ ਦੇ ਲੋਕਾਂ ਨੇ ਵਿਰੋਧ ਕੀਤਾ, ਉਹਨਾਂ ਨੇ ਕਿਹਾ ਜੀ ਹਲਕਾ ਵਿਧਾਇਕ ਦੇ ਅਸੀਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਉੱਥੇ ਲੈ ਕੇ ਚੱਲੇ ਆ। ਉਹਦੇ ਬਾਅਦ ਚੋਂ 3.5-4 ਸਾਲ ਹੋ ਗਏ ਨੇ, ਪੌਣੇ 4 ਸਾਲ ਇੱਥੇ ਕਿਸੇ ਨੇ ਕੋਈ ਵੀ ਕੰਮ ਨਹੀਂ ਕੀਤਾ। ਹੁਣ ਮਹੱਲੇ ਦੇ ਵਿੱਚ ਜਾਨੀ ਐਵੇਂ ਆਵਾਗੌਣ ਦੌੜੇ ਫਿਰਦੇ ਨੇ। ਹੁਣ ਐਤਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਨਰਲ ਸੀਟ ਉੱਤੇ ਸਾਨੂੰ ਐਸਸੀ ਕੈਂਡੀਡੇਟ ਦਿੱਤਾ ਹੈ, ਸ਼੍ਰੀ ਨਰਿੰਦਰ ਚੰਦਨ ਗਰੇਵਾਲ ਜੀ। ਇਸ ਇਲਾਕੇ ਦੇ ਵਿੱਚ ਚੰਦਨ ਗਰੇਵਾਲ ਜੀ ਦੀ ਪੂਰੀ ਤਰ੍ਹਾਂ ਚੜ੍ਹਤ ਆ। ਸ਼੍ਰੋਮਣੀ ਅਕਾਲੀ ਦਲ ਤੇ ਵਸਪਾ ਦਾ ਜੋ ਕੈਂਡੀਡੇਟ ਆ ਚੰਦਨ ਗਰੇਵਾਲ ਜੀ, ਬਹੁਤ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਝੋਲੀ ਵਿੱਚ ਪਾਵਾਂਗੇ। ਤੇ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਵੀ ਇੱਥੇ ਜਿਹੜਾ ਕਹਿੰਦੇ ਨੇ ਅਸੀਂ ਵਿਕਾਸ ਬਹੁਤ ਕੀਤਾ, ਵਿਕਾਸ ਦੇ ਨਾਂ ਤੇ ਉਹਨਾਂ ਨੇ ਸਿਰਫ ਬਕਵਾਸ ਹੀ ਕੀਤਾ ਹੈ ਤਾਂ ਸਾਡੇ ਉਹ ਭਰਾ ਹੀ ਹੈ ਜਿਹੜਾ ਸਾਡਾ ਇੱਥੇ ਹਲਕੇ ਦੇ ਕੌਂਸਲਰ ਨੇ। ਪਰ ਆ ਸਾਡੇ ਪਿੱਛੇ 2 ਘਰ ਆ, ਇਹਨਾਂ ਦਾ ਬਹੁਤ ਬੁਰਾ ਹਾਲ ਆ। ਬੁਰਾ ਹਾਲ ਇਹ ਆ ਵੀ ਇਹਨਾਂ ਦਾ ਜੋ ਸੀਵਰੇਜ ਦਾ ਪਾਣੀ ਆ ਬਹੁਤ ਇੱਥੇ ਆ ਤੁਸੀਂ ਆ ਮਾਰਿਓ ਜੀ, ਕੈਮਰਾ ਮਾਰਿਓ ਜਿਹੜਾ ਆ ਦੇਖੋ ਜੀ, ਦੂਜੇ ਤੀਜੇ ਦਿਨ ਤੋਂ ਵਗ ਪੈਂਦਾ। ਜਦੋਂ ਮਾੜਾ ਜਿਹਾ ਮੀਂਹ ਪੈਂਦਾ, ਪਿੱਛੇ 2-3 ਦਿਨ ਮੀਂਹ ਵੀ ਰਹੇ ਨੇ, ਇਹ ਸਾਡੇ ਘਰਾਂ ਦਾ ਬਹੁਤ ਬੁਰਾ ਹਾਲ ਸੀਗਾ। ਅਸੀਂ ਤਨ ਮਨ ਧਨ ਦੇ ਨਾਲ ਸ਼੍ਰੀ ਚੰਦਨ ਗਰੇਵਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇੱਥੋਂ ਐਮਐਲਏ ਬਣਾ ਕੇ ਪੰਜਾਬ ਅਸੈਂਬਲੀ ਵਿੱਚ ਭੇਜਣਾ ਹੈ। ਧੰਨਵਾਦ ਜੀ। ਅਸੀਂ ਸਾਰੇ ਚੰਦਨ ਗਰੇਵਾਲ ਦੇ ਨਾਲ ਆ। ਕੁਛ ਨਹੀਂ ਹੋਇਆ ਜੀ, ਕੋਈ ਕਿਸੇ ਨੇ ਨਵੀਂ ਇੱਟ ਹੀ ਨਹੀਂ ਲਾਈ। ਅੱਜ 4.5 ਸਾਲਾਂ ਬਾਅਦ ਉੱਠ ਕੇ ਆ ਗਏ ਆ, ਮਹੱਲਿਆਂ 'ਚ ਤੁਰੇ ਫਿਰਦੇ ਆ, ਕਿਸੇ ਨੇ ਕੋਈ ਕੰਮ ਨਹੀਂ ਕੀਤਾ ਇੱਥੇ ਸਾਡੇ। ਦੇਖੋ ਜੀ ਇੱਥੇ ਸਾਨੂੰ ਸਹੀ ਹੁਣ ਉਮੀਦਵਾਰ ਮਿਲਿਆ ਆ ਜਿਹੜੇ ਚੰਦਨ ਗਰੇਵਾਲ ਜੀ ਆ, ਅਸੀਂ ਉਹਨਾਂ ਦੇ ਨਾਲ ਆ। ਅਸੀਂ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਜਿਤਾ ਕੇ ਤੇ ਆਪਣੇ ਏਰੀਏ 'ਚ ਲਿਆਵਾਂਗੇ, ਉਹਨਾਂ ਕੋਲ ਫਿਰ ਕੰਮ ਕਰਵਾਵਾਂਗੇ ਸਾਰੇ। ਤਾਂ ਤੁਸੀਂ ਦੇਖਿਆ ਜਲੰਧਰ ਸੈਂਟਰਲ ਹਲਕੇ ਦੀਆਂ ਕੁਝ ਝਲਕੀਆਂ, ਜਿੱਥੇ ਮਨੋਰੰਜਨ ਕਾਲੀਆ ਜੀ, ਮੌਜੂਦਾ ਵਿਧਾਇਕ ਰਜਿੰਦਰ ਬੇਰੀ ਜੀ, ਜਾਂ ਫਿਰ ਗੱਲ ਕਰ ਲਈਏ ਆਮ ਆਦਮੀ ਪਾਰਟੀ ਤੋਂ ਰਮਨ ਅਰੋੜਾ ਹੋਣਾ ਦੀ, ਜਾਂ ਫਿਰ ਚੰਦਰ ਗਰੇਵਾਲ ਦੀ, ਕਿਸ ਪਾਸੇ ਦਾ ਸਿਆਸੀ ਰੁਖ ਜਿਹੜੇ ਹੈਗੇ ਇਲਾਕਾ ਨਿਵਾਸੀ ਕਰ ਰਿਹਾ ਹੈ। ਸੋ ਇਸੇ ਦੇ ਨਾਲ ਹੁਣ ਇਜਾਜ਼ਤ ਲੈਂਦੇ ਹਾਂ। ਕੈਮਰਾਮੈਨ ਰਵਿੰਦਰ ਦੇ ਨਾਲ ਮੈਂ ਅਮਨਦੀਪ, ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।